ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਨਿਗਾਹ ਮਾਰਦੇ ਹਾਂ ਚੋਣਵੀਆਂ ਖਬਰਾਂ ਤੇ। ਭਾਰਤੀ ਅਮਰੀਕੀਆਂ ਦੇ ਇਤਿਹਾਸ 'ਚ ਬਣੇਗਾ ਮਿਊਜ਼ੀਅਮ, ਬਾਈਡਨ ਨੇ ਕੀਤੇ ਦਸਤਕ। ਬਾਈਡਨ ਦੀ ਆਪਣੀ ਪਾਰਟੀ 'ਚ ਲੋਕਪ੍ਰਿਯਤਾ ਘਟੀ, 2024 ਲਈ ਨਵੇਂ ਚਿਹਰੇ ਦੀ ਭਾਲ ਸ਼ੁਰੂ। ਅਮਰੀਕਾ 'ਚ ਬੰਦੂਕ ਹਿੰਸਾ ਨੂੰ ਰੋਕਣ ਦਾ ਪ੍ਰਸਤਾਵ ਪੇਸ਼। ਟੈਕਸਾਸ ਦੇ ਗਵਰਨਰ ਨੇ ਭਾਰਤੀ ਅਮਰੀਕੀ ਨੂੰ ਯੂਨੀਵਰਸਿਟੀ ਦੇ ਚੋਟੀ ਦੇ ਅਹੁਦੇ ਤੇ ਮੁੜ ਕੀਤਾ ਨਿਯੁਕਤ। ਫਰੋਜ਼ਨ ਏਰੀਆ ਦੇ ਟਰੱਕ ਡਰਾਈਵਰਾਂ ਵੱਲੋਂ ਜੂਨ 84 ਦੇ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਦੀ ਯਾਦ 'ਚ ਸਮਾਗਮ। ਤੇ ਹੁਣ ਖਬਰਾਂ ਵਿਸਤਾਰ ਦੇ ਨਾਲ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਨੈਸ਼ਨਲ ਮਿਊਜ਼ੀਅਮ ਆਫ ਏਸ਼ੀਅਨ ਪੈਸੀਫਿਕ ਅਮਰੀਕਨ ਹਿਸਟਰੀ ਐਂਡ ਕਲਚਰ ਦੀ ਸਥਾਪਨਾ ਦੇ ਲਈ ਇੱਕ ਬਿੱਲ ਤੇ ਦਸਤਖਤ ਕੀਤੇ ਨੇ। ਇਸ ਮਿਊਜ਼ੀਅਮ ਦੇ ਵਿੱਚ ਭਾਰਤੀ ਅਮਰੀਕੀਆਂ ਦੇ ਇਤਿਹਾਸ ਅਤੇ ਸੰਸਕ੍ਰਿਤੀ ਨੂੰ ਪ੍ਰਦਰਸ਼ਿਤ ਕੀਤਾ ਜਾਏਗਾ। ਬਿੱਲ ਦੇ ਦਸਤਖਤ ਕਰਨ ਤੋਂ ਬਾਅਦ ਬਾਈਡਨ ਨੇ ਸੋਮਵਾਰ ਨੂੰ ਕਿਹਾ ਕਿ ਮੈਂ ਲੰਬੇ ਸਮੇਂ ਤੋਂ ਲਟਕ ਰਹੇ ਕਾਨੂੰਨ ਤੇ ਦਸਤਖਤ ਕਰਕੇ ਅਤੇ ਇੱਥੇ ਵਾਸ਼ਿੰਗਟਨ DC ਦੇ ਵਿੱਚ ਨੈਸ਼ਨਲ ਮਿਊਜ਼ੀਅਮ ਆਫ ਏਸ਼ੀਅਨ ਪੈਸੀਫਿਕ ਅਮਰੀਕਨ ਹਿਸਟਰੀ ਐਂਡ ਕਲਚਰ ਦੀ ਸਥਾਪਨਾ ਨੂੰ ਲੈ ਕੇ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ। ਇਸ ਇਤਿਹਾਸਿਕ ਪਲ ਤੇ ਅਮਰੀਕਾ ਦੀ ਉਪ ਰਾਸ਼ਟਰਪਤੀ ਕੈਮਲਾ ਹੈਰਿਸ ਨੇ ਭਾਰਤ ਨਾਲ ਆਪਣੇ ਰਿਸ਼ਤੇ ਬਾਰੇ ਗੱਲ ਕੀਤੀ ਹੈ। ਭਾਰਤੀ ਅਮਰੀਕੀ ਸੰਸਦ ਮੈਂਬਰ ਪ੍ਰਮਿਲਾ ਜੈਪਾਲ ਅਤੇ ਅਜੇ ਜੈਨ ਪਟੋਰੀਆ ਕਮਲ ਕਲਸੀ ਵਰਗੇ ਉੱਘੇ ਭਾਰਤੀ ਅਮਰੀਕੀ ਵੀ ਇਸ ਮੌਕੇ ਮੌਜੂਦ ਰਹੇ। ਹੈਰਿਸ ਨੇ ਕਿਹਾ ਕਿ ਉਹਨਾਂ ਦੀ ਮਾਂ 19 ਸਾਲਾਂ ਦੀ ਸੀ ਜਦੋਂ ਉਹ ਬ੍ਰੈਸਟ ਕੈਂਸਰ ਦੇ ਅਧਿਐਨ ਕਰਨ ਦੇ ਲਈ ਭਾਰਤ ਤੋਂ ਅਮਰੀਕਾ ਆਈ ਸੀ। ਉਹਨਾਂ ਕਿਹਾ ਕਿ ਸਾਡਾ ਪਾਲਣ ਪੋਸ਼ਣ ਕਰਦੇ ਸਮੇਂ ਮੇਰੀ ਮਾਂ ਨੇ ਹਮੇਸ਼ਾ ਯਕੀਨੀ ਬਣਾਇਆ ਕਿ ਮੇਰੀ ਭੈਣ ਮਾਇਆ ਅਤੇ ਮੈਂ ਅਮਰੀਕਾ ਦੇ ਵਿੱਚ ਏਸ਼ੀਆਈ ਅਮਰੀਕੀਆ ਹਵਾਈ ਦੇ ਮੂਲ ਨਿਵਾਸੀਆਂ ਅਤੇ ਪ੍ਰਸ਼ਾਂਤ ਟਾਪੂ ਵਾਸੀਆਂ ਦੇ ਮਹੱਤਵਪੂਰਨ ਸ਼ਾਨਦਾਰ ਇਤਿਹਾਸ ਬਾਰੇ ਜਾਣ ਸਕੀਏ। ਉਹਨਾਂ ਕਿਹਾ ਕਿ ਇਸ ਇਤਿਹਾਸ ਨੂੰ ਸਾਂਝਾ ਕਰਨ ਨਾਲ ਸਾਨੂੰ ਸਾਰਿਆਂ ਨੂੰ ਅਮਰੀਕਾ ਹੋਣ ਦੇ ਨਾਤੇ ਇਹ ਜਾਣਨ ਵਿੱਚ ਮਦਦ ਮਿਲੇਗੀ ਕਿ ਅਸੀਂ ਕਿੱਥੋਂ ਆਏ ਹਾਂ ਅਤੇ ਅਸੀਂ ਕੌਣ ਹਾਂ। ਨੈਸ਼ਨਲ ਮਿਊਜ਼ੀਅਮ ਆਫ ਨੈਸ਼ਨਲ ਏਸ਼ੀਅਨ ਪੈਸੀਫਿਕ ਅਮਰੀਕਨ ਹਿਸਟਰੀ ਐਂਡ ਕਲਚਰ ਸਾਡੇ ਦੇਸ਼ ਦੇ ਇਤਿਹਾਸ ਦੇ ਨਾਲ ਜੁੜੀਆਂ ਕਹਾਣੀਆਂ ਬਿਆਨ ਕਰੇਗਾ। ਅਮਰੀਕਾ 'ਚ ਨਵੰਬਰ 'ਚ ਹੋਣ ਵਾਲੀਆਂ ਅਹਿਮ ਮੱਧਕਾਲੀ ਚੋਣਾਂ ਦੇ ਲਈ ਰਿਪਬਲਿਕਨ ਪਾਰਟੀ ਦੇ ਕਿੰਗਮੇਕਰ ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਤੂਫਾਨੀ ਮੁਹਿੰਮ ਸਾਹਮਣੇ ਜੋ ਬਾਈਡਨ ਕਮਜ਼ੋਰ ਸਾਬਤ ਹੋ ਰਹੇ ਨੇ। ਅਮਰੀਕੀ ਰਾਸ਼ਟਰਪਤੀ ਬਾਈਡਨ ਦੀ ਡੈਮੋਕ੍ਰੈਟਿਕ ਪਾਰਟੀ ਦੇ 50 ਤੋਂ ਵੱਧ ਸੈਨੇਟਰਾਂ ਅਤੇ ਕਾਉਂਟੀ ਨੇਤਾਵਾਂ ਨਾਲ ਗੱਲਬਾਤ ਵਿੱਚ ਇਹ ਉੱਭਰ ਕੇ ਸਾਹਮਣੇ ਆਇਆ ਕਿ 2024 ਦੀਆਂ ਰਾਸ਼ਟਰਪਤੀ ਚੋਣਾਂ ਦੇ ਵਿੱਚ ਉਹਨਾਂ ਦੀ ਉਮੀਦਵਾਰੀ ਨੂੰ ਪਾਰਟੀ ਦੇ ਅੰਦਰ ਹੀ ਸਵੀਕਾਰ ਕਰਨਾ ਮੁਸ਼ਕਲ ਜਾਪਦਾ ਹੈ। ਮਈ 2020 ਦੇ ਵਿੱਚ ਬਾਈਡਨ ਦੀ ਆਪਣੀ ਪਾਰਟੀ ਦੇ ਵਿੱਚ ਪ੍ਰਵਾਨਗੀ ਰੇਟਿੰਗ 9% ਤੋਂ ਘਟ ਕੇ ਸਿਰਫ 73 ਰਹਿ ਗਈ ਹੈ। ਅਜਿਹੇ 'ਚ ਪਾਰਟੀ 'ਚ ਨਵੇਂ ਚਿਹਰੇ ਦੀ ਤਲਾਸ਼ ਸ਼ੁਰੂ ਹੋ ਗਈ ਹੈ। ਡੈਮੋਕ੍ਰੈਟਿਕ ਕਮੇਟੀ ਦੇ ਮੈਂਬਰ ਸਟੀਵ ਸਿਮੋਨਾਇਡਸ ਦਾ ਕਹਿਣਾ ਹੈ ਕਿ ਬਾਈਡਨ ਨੂੰ ਮੱਧਕਾਲੀ ਚੋਣਾਂ ਤੋਂ ਬਾਅਦ 2024 ਦੀ ਚੋਣਾਂ ਲੜਨ ਦਾ ਐਲਾਨ ਕਰ ਦੇਣਾ ਚਾਹੀਦਾ ਹੈ। ਬਾਈਡਨ ਦੇ ਜ਼ਿਆਦਾਤਰ ਫੈਸਲਿਆਂ ਤੇ ਸਵਾਲ ਉਠਾਏ ਜਾ ਰਹੇ ਨੇ, ਚਾਹੇ ਇਹ ਵੱਧ ਟੈਕਸ ਵਾਲੀ ਵਸੂਲੀ ਦਾ ਮੁੱਦਾ ਹੋਵੇ, ਕੋਵਿਡ ਕੰਟਰੋਲ ਜਾਂ ਫਿਰ ਅਫਗਾਨਿਸਤਾਨ ਦਾ ਮੁੱਦਾ ਹੋਵੇ। ਡੈਮੋਕ੍ਰੈਟਿਕ ਕਮੇਟੀ ਦੇ ਬਹੁਤ ਸਾਰੇ ਮੈਂਬਰਾਂ ਦਾ ਮੰਨਣਾ ਹੈ ਕਿ ਬਾਈਡਨ ਕੋਲ ਟਰੰਪ ਜਿਹਾ ਜੁਝਾਰੂਪਨ ਨਹੀਂ ਹੈ। ਬਾਈਡਨ ਸਾਹਮਣੇ 4 ਮੁੱਖ ਚੁਣੌਤੀਆਂ ਨੇ। ਇਹਨਾਂ ਵਿੱਚ ਮਹਿੰਗਾਈ ਦਾ ਮੁੱਦਾ ਮੁੱਖ ਜੋ ਪਿਛਲੇ 40 ਸਾਲਾਂ ਦੇ ਵਿੱਚ ਸਭ ਤੋਂ ਵੱਧ ਹੈ। ਇਸ ਕਾਰਨ ਈਂਧਨ ਖਾਦ ਸਮੱਗਰੀ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਹੋਇਆ ਹੈ। ਦੂਜਾ ਕਰੋਨਾ ਨਾਲ ਵਿਗੜੀ ਅਰਥ ਵਿਵਸਥਾ। ਤੀਜਾ ਮਾਸ ਸ਼ੂਟਿੰਗ ਦੇ ਮਾਮਲੇ ਵਧਣਾ ਕਿਉਂਕਿ ਸਾਰੇ ਰਾਜ ਗਨ ਕੰਟਰੋਲ ਮੰਨਣ ਨੂੰ ਤਿਆਰ ਨਹੀਂ ਨੇ। ਚੌਥੀ ਚੁਣੌਤੀ ਹੈ ਜੀ ਗਰਭਪਾਤ ਕਾਨੂੰਨ ਖਤਮ ਕਰਨਾ, ਜਿਸ ਨਾਲ ਵੋਟ ਬੈਂਕ ਖਿਸਕੇਗਾ ਅਤੇ ਲੈਟਿਨੋ ਗੈਂਗ ਗੋਰੇ ਵੋਟਰਾਂ ਦੇ ਵਿੱਚ ਨਾਰਾਜ਼ਗੀ ਵਧੇਗੀ। ਅਗਲੀਆਂ ਚੋਣਾਂ ਤੱਕ 82 ਸਾਲਾਂ ਦੇ ਹੋ ਜਾਣਗੇ ਬਾਈਡਨ। ਅਗਲੀਆਂ ਰਾਸ਼ਟਰਪਤੀ ਚੋਣਾਂ ਤੱਕ ਬਾਈਡਨ 82 ਸਾਲ ਦੇ ਹੋ ਜਾਣਗੇ। ਬਾਈਡਨ ਦੇ ਵਿਰੋਧੀਆਂ ਦਾ ਕਹਿਣਾ ਹੈ ਕਿ ਇਸ ਉਮਰ 'ਚ ਉਹਨਾਂ ਲਈ ਟਰੰਪ ਵਰਗੇ ਨੇਤਾ ਖਿਲਾਫ ਚੋਣ ਲੜਨਾ ਮੁਸ਼ਕਲ ਹੋਵੇਗਾ। ਉਂਝ ਬਾਈਡਨ ਆਪਣੀ ਉਮੀਦਵਾਰੀ ਅਤੇ ਆਸ਼ਾਵਾਦੀ ਬਿਆਨ ਦਿੰਦੇ ਰਹਿੰਦੇ ਨੇ, ਪਰ ਦੇਖਣਾ ਹੋਵੇਗਾ, ਇਸ ਸਮਾਂ ਦੱਸੇਗਾ। ਅਮਰੀਕਾ ਵਿੱਚ ਪਿਛਲੇ ਮਹੀਨੇ ਹੋਏ ਸਮੂਹਿਕ ਗੋਲੀਬਾਰੀ ਤੋਂ ਬਾਅਦ ਬੰਦੂਕ ਹਿੰਸਾ ਨੂੰ ਖਤਮ ਕਰਨ ਦੀ ਵਿਆਪਕ ਮੰਗ ਦੇ ਵਿਚਾਰ ਅਮਰੀਕੀ ਸੈਨੇਟ ਦੇ ਇੱਕ ਪ੍ਰਸਤਾਵ ਦਾ ਐਲਾਨ ਕੀਤਾ ਹੈ, ਜਿਸ ਵਿੱਚ ਕਿਸੇ ਸਖਤ ਕਾਰਵਾਈ ਦੀ ਵਿਵਸਥਾ ਨਹੀਂ ਹੈ, ਬਲਕਿ ਇਸ ਵਿੱਚ ਮਾਮੂਲੀ ਬੰਦੂਕ ਪਾਬੰਦੀ, ਸਕੂਲ ਸੁਰੱਖਿਆ ਅਤੇ ਮਾਨਸਿਕ ਸੁਰੱਖਿਆ ਸੁਧਾਰ ਪ੍ਰੋਗਰਾਮ ਜਿਹੇ ਕਦਮ ਸ਼ਾਮਲ ਨੇ। ਇਹ ਪ੍ਰਸਤਾਵ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਅਤੇ ਡੈਮੋਕ੍ਰੇਟਸ ਦੀਆਂ ਲੰਬੇ ਸਮੇਂ ਤੋਂ ਸਖਤ ਉਪਾਵਾਂ ਦੀ ਮੰਗ ਨੂੰ ਪੂਰਾ ਕਰਨ ਦੇ ਵਿੱਚ ਸਫਲ ਨਹੀਂ ਹੋਇਆ। ਫਿਰ ਵੀ ਬਾਈਡਨ ਨੇ ਇਸ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਇਹ ਕਈ ਸਾਲਾਂ ਤੋਂ ਚੱਲ ਰਹੀ ਬੰਦੂਕ ਹਿੰਸਾ ਨੂੰ ਰੋਕਣ ਦੇ ਵਿੱਚ ਮਦਦ ਕਰੇਗਾ। ਬਾਈਡਨ ਨੇ ਕਿਹਾ ਕਿ ਮਤੇ ਵਿੱਚ ਉਹ ਸਭ ਕੁਝ ਨਹੀਂ ਹੈ ਜੋ ਮੈਨੂੰ ਲੱਗਦਾ ਹੈ ਕਿ ਜ਼ਰੂਰੀ ਹੋਣਾ ਹੈ, ਪਰ ਸਹੀ ਦਿਸ਼ਾ ਦੇ ਵਿੱਚ ਮਹੱਤਵਪੂਰਨ ਕਦਮਾਂ ਨੂੰ ਦਰਸਾਉਂਦਾ ਹੈ। ਇਹ ਦਹਾਕਿਆਂ ਦੇ ਵਿੱਚ ਕਾਂਗਰਸ ਦੁਆਰਾ ਪਾਸ ਕੀਤਾ ਗਿਆ ਸਭ ਤੋਂ ਮਹੱਤਵਪੂਰਨ ਬੰਦੂਕ ਸੁਰੱਖਿਆ ਕਾਨੂੰਨ ਹੋਵੇਗਾ। ਉਹਨਾਂ ਨੇ ਕਿਹਾ ਕਿ ਦੋਪੱਖੀ ਸਮਰਥਨ ਦੇ ਮੱਦੇਨਜ਼ਰ ਇਸ ਵਿੱਚ ਦੇਰੀ ਕਰਨ ਦਾ ਕੋਈ ਕਾਰਨ ਨਹੀਂ ਹੈ। ਉਧਰ ਸਾਂਸਦਾਂ ਦੇ ਇਸ ਮਹੀਨੇ ਇਸ ਨੂੰ ਕਾਨੂੰਨੀ ਰੂਪ ਦੇਣ ਦੀ ਉਮੀਦ ਹੈ।
ਟੈਕਸਾਸ ਦੇ ਗਵਰਨਰ ਗ੍ਰੈਗ ਐਬੋਟ ਨੇ ਪ੍ਰਸਿੱਧ ਅਮਰੀਕੀ ਅਸ਼ੋਕ ਏਗੋ ਮਾਗੋ ਨੂੰ ਯੂਨੀਵਰਸਿਟੀ ਆਫ ਨਾਰਥ ਟੈਕਸਾਸ ਸਿਸਟਮ ਬੋਰਡ ਆਫ ਰੈਜ਼ੀਡੈਂਸ ਦੇ ਵਿੱਚ ਮੁੜ ਨਿਯੁਕਤ ਕੀਤਾ ਹੈ। ਇਸ ਨਿਯੁਕਤੀ ਦੇ ਨਾਲ ਮਾਗੋ ਲਈ ਇਹ ਲਗਾਤਾਰ ਦੂਜਾ ਕਾਰਜਕਾਲ ਹੋਵੇਗਾ। ਮਾਗੋ ਗ੍ਰੇਟਰ ਡਾਲਸ ਇੰਡੋ ਅਮਰੀਕਨ ਚੈਂਬਰ ਦੇ ਸੰਸਥਾਪਕ ਸਨ। ਇਹ ਸੰਸਥਾ ਹੁਣ ਅਮਰੀਕਾ ਇੰਡੀਆ ਚੈਂਬਰ ਵਜੋਂ ਜਾਣੀ ਜਾਂਦੀ ਹੈ। ਮਾਗੋ ਨੂੰ 2010 ਦੇ ਵਿੱਚ ਪ੍ਰਵਾਸੀ ਭਾਰਤੀ ਸਨਮਾਨ ਅਤੇ 2024 ਦੇ ਵਿੱਚ ਪਦਮ ਸ਼੍ਰੀ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਉਹਨਾਂ ਨੇ ਸੈਨੇਟ ਇੰਡੀਆ ਕਾਕਸ ਦੀ ਸਥਾਪਨਾ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਇਹ ਅਮਰੀਕੀ ਸੈਨੇਟ ਦੇ ਵਿੱਚ ਇਕਮਾਤਰ ਦੇਸ਼ ਕੇਂਦਰਿਤ ਕਾਕਸ ਹੈ। ਭਾਰਤੀ ਮੂਲ ਦੇ ਅਮਰੀਕੀ ਨੇਤਾ ਇਸ ਤੋਂ ਪਹਿਲਾਂ ਸਿਟੀ ਆਫ ਡਾਲਸ ਪਲੈਨਿੰਗ ਐਂਡ ਜ਼ੋਨਿੰਗ ਕਮਿਸ਼ਨ ਦੇ ਕਮਿਸ਼ਨਰ ਵਜੋਂ ਸੇਵਾ ਨਿਭਾਈ ਹੈ ਅਤੇ ਲਾਇਨਸ ਕਲੱਬ ਇੰਟਰਨੈਸ਼ਨਲ ਦੇ ਜ਼ਿਲ੍ਹਾ ਗਵਰਨਰ ਵੀ ਰਹਿ ਚੁੱਕੇ ਨੇ। ਮਾਗੋ ਨੇ ਦਿੱਲੀ ਯੂਨੀਵਰਸਿਟੀ ਤੋਂ ਬੈਚਲਰ ਦੀ ਡਿਗਰੀ ਅਤੇ ਡਾਲਸ ਵਿਖੇ ਟੈਕਸਾਸ ਯੂਨੀਵਰਸਿਟੀ ਤੋਂ ਵਪਾਰ ਪ੍ਰਸ਼ਾਸਨ ਦੇ ਵਿੱਚ ਮਾਸਟਰ ਡਿਗਰੀ ਹਾਸਲ ਕੀਤੀ ਹੈ। ਜੂਨ 84 ਦੇ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਫਰਜ਼ੋਨੋ ਏਰੀਆ ਦੇ ਟਰੱਕਰ ਵੀਰ ਹਰ ਸਾਲ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਉਂਦੇ ਨੇ। ਇਸੇ ਕੜੀ ਤਹਿਤ ਇਸ ਸਾਲ ਜੂਨ 84 ਦੇ ਸਮੂਹ ਸ਼ਹੀਦਾਂ ਦੀ ਯਾਦ ਦੇ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਗੁਰਦੁਆਰਾ ਨਾਨਕ ਪ੍ਰਕਾਸ਼ ਫਰਜ਼ੋਨੋ ਵਿਖੇ ਕਰਵਾਏ ਗਏ। ਇਸ ਮੌਕੇ ਕੀਰਤਨ ਦਰਬਾਰ ਦੇ ਨਾਲ ਕਥਾ ਦੇ ਪ੍ਰਵਾਹ ਚੱਲੇ ਅਤੇ ਕਵਿਸ਼ਰ ਜਥੇ ਨੇ ਸਿੱਖ ਇਤਿਹਾਸ ਤੋਂ ਸੰਗਤਾਂ ਨੂੰ ਜਾਣੂ ਕਰਵਾਇਆ। ਇਸ ਮੌਕੇ ਟਰੱਕ ਡਰਾਈਵਰ ਵੀਰਾਂ ਦੇ ਵੱਲੋਂ ਚਾਹ ਪਕੌੜਿਆਂ ਤੋਂ ਇਲਾਵਾ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਸੰਗਤ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਈ ਅਤੇ ਜੂਨ 84 ਦੇ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਨੂੰ ਯਾਦ ਕਰਦਿਆਂ ਸ਼ਰਧਾ ਦੇ ਫੁੱਲ ਭੇਟ ਕੀਤੇ। ਹਾਊ ਟੂ ਮਰਡਰ ਯੋਰ ਹਸਬੈਂਡ ਸਿਰਲੇਖ ਲਿਖਣ ਵਾਲੇ ਲੇਖਿਕਾ ਨਾਵਲਕਾਰ ਨੈਂਸੀ ਕ੍ਰੈਪਟਨ ਬ੍ਰੋਫੀ ਨੂੰ ਆਪਣੇ ਪਤੀ ਦੇ ਕਤਲ ਦੇ ਦੋਸ਼ ਵਿੱਚ ਸੋਮਵਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। KZW TV ਦੀ ਰਿਪੋਰਟਰ ਅਨੁਸਾਰ ਨੈਂਸੀ ਕ੍ਰੈਪਟਨ ਬ੍ਰੋਫੀ 71 ਸਾਲਾਂ ਨੂੰ 7 ਹਫ਼ਤਿਆਂ ਤੱਕ ਚੱਲੇ ਮੁਕੱਦਮੇ ਤੋਂ ਬਾਅਦ 25 ਮਈ ਨੂੰ ਦੋਸ਼ੀ ਠਹਿਰਾਇਆ ਗਿਆ ਸੀ। ਸੋਮਵਾਰ ਨੂੰ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਹੈ। 25 ਸਾਲਾਂ ਦੀ ਜੇਲ੍ਹ ਕੱਟਣ ਤੋਂ ਬਾਅਦ ਉਸ ਨੂੰ ਪੈਰੋਲ ਮਿਲ ਸਕਦੀ ਹੈ। ਵਕੀਲਾਂ ਨੇ ਕਿਹਾ ਕਿ ਕ੍ਰੈਪਟਨ ਬ੍ਰੋਫੀ ਨੇ 63 ਸਾਲਾ ਡੈਨ ਬ੍ਰੋਫੀ ਨੂੰ ਓਰੇਗਨ ਕਲੀਨਰੀ ਇੰਸਟੀਚਿਊਟ ਦੇ ਅੰਦਰ ਗੋਲੀ ਮਾਰ ਦਿੱਤੀ ਸੀ ਕਿਉਂਕਿ ਉਹ ਡੈਨ ਦੇ ਜੀਵਨ ਬੀਮਾ ਤੋਂ ਮਿਲਣ ਵਾਲੇ ਪੈਸੇ ਚਾਹੁੰਦੀ ਸੀ। ਇੰਸਟੀਚਿਊਟ ਹੁਣ ਬੰਦ ਹੋ ਚੁੱਕਾ ਹੈ। ਡੈਨ 2018 ਦੇ ਵਿੱਚ ਉੱਥੇ ਕੰਮ ਕਰਦੇ ਸਨ। ਵਕੀਲਾਂ ਨੇ ਜ਼ਿਊਰੀ ਨੂੰ ਦੱਸਿਆ ਕਿ ਜਿਸ ਸਮੇਂ ਡੈਨ ਦਾ ਕਤਲ ਹੋਇਆ ਉਸ ਸਮੇਂ ਜੋੜਾ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਸੀ। ਉਹਨਾਂ ਨੇ ਦਲੀਲ ਦਿੱਤੀ ਹੈ ਕਿ ਕ੍ਰੈਪਟਨ ਬ੍ਰੋਫੀ ਨੇ ਆਨਲਾਈਨ ਮੰਚਾਂ ਤੋਂ ਗੋਸਟ ਗਨ ਕਿੱਟ ਦੇ ਬਾਰੇ ਵਿੱਚ ਜਾਣਕਾਰੀ ਹਾਸਲ ਕੀਤੀ ਸੀ। ਉਸ ਨੂੰ ਖਰੀਦਿਆ ਅਤੇ ਫਿਰ ਬਾਅਦ ਵਿੱਚ ਇੱਕ ਗਨ ਸ਼ੋਅ ਵਿੱਚ ਇੱਕ ਗਲੌਕ 17 ਹੈਂਡਗਨ ਵੀ ਖਰੀਦੀ। ਹਾਲਾਂਕਿ ਕ੍ਰੈਪਟਨ ਬ੍ਰੋਫੀ ਅਤੇ ਉਸਦੇ ਵਕੀਲਾਂ ਨੇ ਇਸ ਤੱਥ ਨੂੰ ਰੱਦ ਕਰ ਦਿੱਤਾ ਅਤੇ ਕਿਹਾ ਕਿ ਉਸਦੇ ਨਾਵਲ ਲਿਖਣ ਦੀ ਤਿਆਰੀ ਲਈ ਬੰਦੂਕ ਖਰੀਦੀ ਸੀ। ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸ਼ਹਿਰ ਫਰਜ਼ੋਨੋ ਦੇ ਪੰਜਾਬੀ ਹਾਕੀ ਕੋਚਾਂ ਦੀ ਮਿਹਨਤ ਨੂੰ ਉਸ ਸਮੇਂ ਬੂਰ ਪਿਆ ਜਦੋਂ ਹਾਕੀ ਦਾ ਕੁੰਭ ਮੰਨੇ ਜਾਂਦੇ ਕੈਲ ਕੱਪ ਟੂਰਨਾਮੈਂਟ ਲਾਸ ਐਂਜਲਸ ਵਿਖੇ ਫਰੀਜ਼ੋਨੋ ਦੀਆਂ 4 ਹਾਕੀ ਟੀਮਾਂ ਨੇ ਭਾਗ ਲਿਆ। ਫਰੀਜ਼ੋਨੋ ਦੇ ਗੁਰਦੁਆਰਾ ਦਰਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਖੇ ਪਿਛਲੇ 15 ਮਹੀਨਿਆਂ ਤੋਂ ਕੋਚ ਸੁਖਵਿੰਦਰ ਸਿੰਘ ਚੀਮਾ, ਅਮਨਜੋਤ ਸਿੰਘ ਹੁੰਦਲ ਅਤੇ ਰਵੀ ਧਾਲੀਵਾਲ ਅਤੇ 6 ਸਾਲਾਂ ਤੋਂ ਲੈ ਕੇ 16 ਸਾਲਾਂ ਦੀ ਉਮਰ ਦੇ 40 ਤੋਂ ਵੱਧ ਖਿਡਾਰੀਆਂ ਨੂੰ ਹਾਕੀ ਦੀ ਟ੍ਰੇਨਿੰਗ ਦੇ ਰਹੇ ਨੇ। ਇਨ੍ਹਾਂ ਬੱਚਿਆਂ ਦੀ ਮਿਹਨਤ ਅਤੇ ਲਗਨ ਪਿਛਲੇ ਦਿਨੀ ਉਸ ਵਕਤ ਰੰਗ ਲਿਆਈ ਜਦੋਂ ਕੈਲੀਫੋਰਨੀਆ ਦੇ ਵੱਡੇ ਸਾਲਾਨਾ ਹਾਕੀ ਕੈਲ ਕੱਪ ਟੂਰਨਾਮੈਂਟ ਦੇ ਵਿੱਚ ਇਨ੍ਹਾਂ ਬੱਚਿਆਂ ਦੀ 4 ਟੀਮਾਂ 8 ਸਾਲ, 10 ਸਾਲ ਤੇ 12 ਸਾਲ ਤੇ 16 ਸਾਲ ਨੇ ਸਫਲਤਾ ਦੇ ਝੰਡੇ ਗੱਡੇ। 8 ਸਾਲ ਵਾਲੀ ਹਾਕੀ ਟੀਮ ਨੇ ਸਾਰੀਆਂ ਟੀਮਾਂ ਨੂੰ ਹਰਾ ਕੇ 골ਡ ਮੈਡਲ ਜਿੱਤਿਆ। ਲਿਵਰਾਜ ਸਿੰਘ ਧਾਲੀਵਾਲ ਅਤੇ ਅਨਹਦ ਕੌਰ ਨੇ 40 ਗੋਲ ਦਾਗ ਕੇ ਦਰਸ਼ਕਾਂ ਦਾ ਧਿਆਨ ਖਿੱਚਿਆ। ਰਮਨਪ੍ਰੀਤ ਏਕਨੂਰ, ਬਰਾੜ, ਸ਼ਾਹਬਾਜ਼, ਰਵਨੀਤ, ਗਨੀਵ ਅਤੇ ਰੀਨਾ ਦੇ ਸ਼ਾਨਦਾਰ ਖੇਡਾਂ ਦਾ ਮੁਜ਼ਾਹਰਾ ਕੀਤਾ। 10 ਸਾਲਾਂ ਵਾਲੀ ਬੱਚਿਆਂ ਦੀ ਟੀਮ ਚੌਥੇ ਸਥਾਨ ਤੇ ਰਹੀ ਪਰ ਪ੍ਰਭਸ਼ਰਨ ਧਾਲੀਵਾਲ ਅਤੇ ਗੁਰਜੋਤ ਕੌਰ ਨੇ ਹਾਕੀ ਦੇ ਖੂਬ ਜ਼ੋਰ ਵਿਖਾਏ। 12 ਸਾਲ ਵਾਲੀਆਂ ਟੀਮਾਂ ਦੇ ਜ਼ਬਰਦਸਤ ਮੁਕਾਬਲਿਆਂ ਦੌਰਾਨ ਫਰੀਜ਼ੋਨੋ ਦੀ ਟੀਮ ਨੂੰ ਕਾਂਸੀ ਦੇ ਤਗਮੇ ਦੇ ਨਾਲ ਸਬਰ ਕਰਨਾ ਪਿਆ। ਤੇਗਵੀਰ ਬਲ, ਗੁਰਮਨਦੀਪ ਬਲ, ਹਰਤੇਜ ਸਿੰਘ, ਦਲਜੋਤ ਸਿੰਘ, ਸੋਹਲ ਧਾਲੀਵਾਲ, ਕੀਪਰ ਜੋਤ ਪ੍ਰਕਾਸ਼ ਸਿੰਘ ਨੇ ਆਲਾ ਦਰਜੇ ਦੀ ਖੇਡ ਦਾ ਪ੍ਰਦਰਸ਼ਨ ਕੀਤਾ। ਉੱਥੇ ਹੀ 16 ਸਾਲਾਂ ਦੇ ਗੱਭਰੂਆਂ ਨੇ ਸ਼ਾਨਦਾਰ ਖੇਡ ਵਿਖਾਉਂਦਿਆਂ ਚਾਂਦੀ ਦਾ ਤਗਮਾ ਆਪਣੇ ਨਾਮ ਕੀਤਾ। ਇਹ ਟੀਮ ਦੇ ਵਿੱਚ ਖੇਡ ਰਹੇ ਨੈਸ਼ਨਲ ਪਲੇਅਰ ਪ੍ਰਥਮਪ੍ਰੀਤ ਸਿੰਘ ਚੀਮਾ ਅਤੇ ਮੈਥਿਊ ਬਾਰਲੇਈ ਦੀ ਖੇਡ ਨੇ ਦਰਸ਼ਕਾਂ ਦੇ ਮਨ ਮੋਹ ਲਏ। ਪ੍ਰਥਮਪ੍ਰੀਤ ਨੇ ਸ਼ਾਨਦਾਰ 7 ਗੋਲ ਦਾਗ ਕੇ ਆਪਣੀ ਖੇਡ ਦਾ ਲੋਹਾ ਮਨਵਾਇਆ। ਇੱਥੇ ਟੀਮ ਵਿੱਚ ਖੇਡਦੀਆਂ 2 ਜੋੜੀਆਂ ਭੈਣਾਂ ਰਾਜਪ੍ਰੀਤ ਅਤੇ ਰਾਜਦੀਪ ਅਤੇ 2 ਸਕੇ ਭਰਾ ਜੋਤਪਾਲ ਤੇ ਗੁਰਹੰਸ ਸਿੰਘ ਕਾਲੋ ਅਤੇ ਗੋਲਕੀਪਰ ਡਿਆਨਾ ਦੀ ਖੇਡ ਨੇ ਹਰ ਕੋਈ ਸਿਫਤ ਦਾ ਮੁਰੀਦ ਬਣਾ ਦਿੱਤਾ। ਜ਼ਿਕਰਯੋਗ ਹੈ ਕਿ ਸੀਨੀਅਰ ਖਿਡਾਰੀ ਸੁਖਦੀਪ ਅਤੇ ਜਗਦੀਪ ਵੱਲ ਵੀ ਇਸ ਸਮੇਂ ਸਿਰ ਜੂਨੀਅਰ ਖਿਡਾਰੀਆਂ ਨੂੰ ਹਾਕੀ ਦੇ ਦਾਅ ਪੇਚ ਸਿਖਾਉਂਦੇ ਰਹੇ ਨੇ।
रूस यूक्रेन जंग के 110 दिन हो चुके हैं। रूस के राष्ट्रपति व्लादिमीर पुतिन का सज्जा हथ कहे जाने वाले दमित्री मेदवेदेव ने इस युद्ध के विचकार पश्चिमी देशों को तबाही की चेतावनी दी है। साबका रूसी राष्ट्रपति मेदवेदेव ने कहा कि क्यामत के घोड़े अपने राह ते ने और अमरीका समेत पश्चिमी देशों को यूक्रेन को हथियारों की सप्लाई नहीं करनी चाहिए। पुतिन के इशारे से चलने वाले मेदवेदेव ने परमाणु युद्ध की चेतावनी भी दी है। मेदवेदेव को पुतिन नालों ज़्यादा उदारवादी मनिया जाता है, पर वो यूक्रेन से भी बहुत सख्त रुख अपना रहे हैं। रूस की राष्ट्रपति सुरक्षा परिषद के उप मुखी मेदवेदेव ने पिछले हफ्ते यूक्रेन और उसके सहयोगियों को चेतावनी दी सी। उन्होंने कहा कि मैनू अक्सर पूछा जाता है कि मेरिया टैलीग्राम पोस्टां इन्नियां बेतुकियां क्यों हैं। जवाब है कि मैं उन्होंने नफरत करता हाँ और रूस का अंत चाहते हैं। जो तक मैं जिंदा हाँ मैं उन्होंने खत्म करने लिए जो भी करना चाहता हाँ वो करांगा। इस तो पहला मेदवेदेव ने चेतावनी दी सी कि जेकर रूस यूक्रेन को भेजिया गई पश्चिमी मिसाइलों के हमले का शिकार बनता है तो वो अपनी फौजी कार्रवाई को वधाउण लई तैयार ने। सिद्धू मूसेवाला कतल कांड के मामले च गैंगस्टर लॉरेंस बिश्नोई को पटियाला हाउस कोर्ट वालों इजाजत मिलने ते वड्डे सुरक्षा प्रबंध के बाद मानसा लिया गया। इस तो बाद मानसा च पुलिस वालों सुरक्षा प्रबंध होर ज़्यादा सख्त कर दिए गए हैं। हस्पताल च पहला लॉरेंस बिश्नोई का मैडिकल करवाया गया। मूंह हनेरे ही 15 जून को मानसा की अदालत च चीफ जुडिशियल मैजिस्ट्रेट के सामने पेश किया गया। दसणयोग है कि पटियाला हाउस कोर्ट ने मंगलवार को पंजाब पुलिस को ट्रांजिट रिमांड दे दिता सी। लॉरेंस को बुलेट प्रूफ गड्डी च मानसा लिए रवाना हुई पुलिस बुधवार देर रात 2 बजे तो बाद मानसा पुजी। इस तो बाद लॉरेंस का मैडिकल करवाने समय वड्डी गिणती च पुलिस मुलाजम तैनात कर दिए गए। सारे रास्तिਆਂ ਨੂੰ पुलिस छावनी च तब्दील कर दिता गया। फिर मानसा अदालत च 4 बजे के करीब पेश किया गया। सिद्धू मूसेवाले के केस च लॉरेंस कोलों हुण पुछगिछ करेगी तां जो कोई सुराग हथ लग सके। इस मामले च पुलिस नूं अजे तक कोई ज़्यादा सफलता हासिल नहीं हुई। हुण लॉरेंस पुलिस रिमांड ते जाण बाद काफ़ी खुलासे होने की संभावना है। जिक्रयोग है कि पंजाबी गायक सिद्धू मूसेवाला का 29 मई को अंधेवाह गोलियां चला के कतल कर दिता गया सी, जिस तो बाद लॉरेंस बिश्नोई गैंग के वालों जिम्मेवारी ली गई सी। कतल मामले च कीतियां गईयां गिरफ्तारियां च वार-वार लॉरेंस बिश्नोई का नां आ रहा सी, जिस कारण मंगलवार को पंजाब पुलिस वालों दिल्ली विखे पटियाला हाउस अदालत तो ट्रांजिट रिमांड की मांग की गई सी। अदालत वालों लॉरेंस की गिरफ्तारी पाने की इजाजत दी गई तो बाद में ट्रांजिट रिमांड भी दे दिता गया। इस बाद ही उसनों मानसा लिया गया तो सवेरे 4 बजे ही मानसा अदालत के पेश किए जाने दौरान लॉरेंस बिश्नोई का 7 दिनों का पुलिस रिमांड दे दिता गया। सूत्रों अनुसार हुण बिश्नोई को इत्थों जहाना खेला या खरड़ विखे सिद्धू मूसेवाला कतल के लिए पुछगिछ की जा सकती है। कनेडा के प्रधानमंत्री जस्टिन ट्रूडो मुड़ कोरोना पॉजिटिव हो गए हैं। इस तो पहला वो जनवरी च कोरोना पॉजिटिव हो गए सन। प्रधानमंत्री ट्रूडो ने सोमवार एक ट्वीट करते हुए कहा कि मैं पॉजिटिव हो गया हाँ। उन्होंने कहा कि मैं जनतक सेहत दिशा निर्देश की पालना करांगा और एकांतवास ते रहांगा। प्रधानमंत्री ट्रूडो ने कहा कि मैं ठीक महसूस कर रहा हाँ क्योंकि मैं कोरोना वैक्सीन लगवाई है। जेकर तुसीं अजिहा नहीं किया तो टीका लगवाओ। आओ अपनी सेहत संभाल प्रणाली दे एक दूजे और अपनी सुरक्षा करिए। कुछ दिन पहला ट्रूडो ने लॉस एंजलिस अमरीका के शिखर सम्मेलन के राष्ट्रपति जो बाइडन ते होर नेतावां दे नाल मुलाकात की सी। जिक्रयोग है कि जनवरी च भी प्रधानमंत्री ट्रूडो कोरोना पॉजिटिव हो गए सन। उन्होंने खुद नूं घर दे विच ही आइसोलेट कर लिया सी। कनेडा दुनिया का पहला अजिहा देश बन जा रहा है जिथे हरेक सिगरट से सेहत संबंधी चेतावनी लिखना जरूरी है। इस तो पहला देश में तंबाकू उत्पादों की पैकिंग ते चेतावनी के रूप में एक ग्राफिक चित्र लगाने की नीति लागू की गई सी। 2 दहाके पहला शुरू की गई इस नीति को दुनिया भर के अपनाया गया। मानसिक सेहत मंत्री कैरोलिना बैनेट ने शुक्रवार को आयोजित एक प्रैस कॉन्फ्रेंस ब्रीफिंग के कहा कि सानू उन्होंने चिंतावां दूर करना पवेगा कि इन्हां संदेशों का प्रभाव घट हो गया है। हर तंबाकू उत्पाद से सेहत संबंधी चेतावनी लिख के यकीनी किया जा सकता है कि ये जरूरी संदेश हर एक व्यक्ति तक पुजे। इस विच वो नौजवान भी शामिल ने जो एक बार एक सिगरट लेंदे हैं ते पैकेट ते लिखी चेतावनी नहीं देख पाते। इस प्रस्ताव ते शनिवार तो चर्चा होगी और सरकार को लगता है कि 2023 के अंत तक ये नियम लागू किया जा सकेगा। बैनेट ने दस्सिया कि हरेक सिगरट ते हर कश च जहर है संदेश लिखने का प्रस्ताव है कि हालांकि इस विच बदलाव भी किया जा सकता है। कनेडा में पढ़न जा रहे विदेशी विद्यार्थियों ते उत्थे पक्के होने के मौकों में ओपन वर्क परमिट रीढ़ की हड्डी वजों सहायता करता है। कनेडा के क्यूबेक ही एक अजिहा प्रांत है जो निजी कालजां तो पढ़ाई खत्म करके भी ओपन वर्क परमिट मिल सकता है, जबकि बाकी सारे प्रांतों के विदेशी विद्यार्थियों के लिए उन्होंने अदारियां
यानी कि लर्निंग इंस्टीट्यूट ਦੇ ਵਿੱਚ ਪੜ੍ਹਨਾ ਜ਼ਰੂਰੀ ਹੈ, ਜਿਨ੍ਹਾਂ ਨੂੰ ਸਰਕਾਰ ਦੇ ਵੱਲੋਂ ਫੰਡਿੰਗ ਦਿੱਤੀ ਜਾਂਦੀ ਹੈ। ਬੀਤੇ ਸਮੇਂ ਤੋਂ ਕੁਝ ਨਿੱਜੀ ਕਾਲਜਾਂ ਵੱਲੋਂ ਵਿਦੇਸ਼ੀ ਵਿਦਿਆਰਥੀਆਂ ਤੋਂ ਮੋਟੀਆਂ ਫੀਸਾਂ ਉਗਰਾ ਕੇ ਦਿਵਾਲਾ ਕੱਢ ਦੇਣਾ ਅਤੇ ਹੋਰ ਧਾਂਦਲੀਆਂ ਚਰਚਿਤ ਹੋਣ ਤੋਂ ਬਾਅਦ ਹੁਣ ਕੈਨੇਡਾ ਅਤੇ ਕਿਊਬੈਕ ਦੀਆਂ ਸਰਕਾਰਾਂ ਨੇ ਸਾਂਝੇ ਤੌਰ ਤੇ ਇਸ ਮਸਲੇ ਨੂੰ ਹੱਲ ਕਰਨ ਦਾ ਯਤਨ ਕੀਤਾ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸੀਨ ਫਰੇਜ਼ਰ ਅਤੇ ਕਿਊਬੈਕ ਦੇ ਕਿਰਤ ਮੰਤਰੀ ਜ਼ੀਨ ਬੁਲੇ ਨੇ ਸਾਂਝੇ ਬਿਆਨ ਦੇ ਵਿੱਚ ਕਿਹਾ ਕਿ ਸਤੰਬਰ 2023 ਤੋਂ ਨਿੱਜੀ ਕਾਲਜਾਂ ਦੀ ਪੜ੍ਹਾਈ ਪੂਰੀ ਕਰਨ ਵਾਲੇ ਵਿਦੇਸ਼ੀ ਵਿਦਿਆਰਥੀ ਓਪਨ ਵਰਕ ਪਰਮਿਟ ਲੈਣ ਦੇ ਯੋਗ ਨਹੀਂ ਹੋਣਗੇ। ਇਸ ਰੋਕ ਦੇ ਨਾਲ ਵਿਦੇਸ਼ਾਂ ਤੋਂ ਨਿੱਜੀ ਕਾਲਜਾਂ ਦੇ ਵਿੱਚ ਦਾਖਲੇ ਆਪਣੇ ਆਪ ਖਤਮ ਹੋ ਜਾਣਗੇ, ਕਿਉਂਕਿ ਲੋਕਾਂ ਦਾ ਸਾਰਾ ਧਿਆਨ ਓਪਨ ਵਰਕ ਪਰਮਿਟ ਅਤੇ ਕੈਨੇਡਾ ਦੀ ਪੱਕੀ ਇਮੀਗ੍ਰੇਸ਼ਨ ਵੱਲ ਹੁੰਦਾ ਹੈ। ਭਾਰਤ ਤੋਂ ਕਿਊਬੈਕ 'ਚ ਵਿਦਿਆਰਥੀ ਵਜੋਂ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਬੀਤੇ ਕੁਝ ਸਾਲਾਂ ਦੌਰਾਨ ਤੇਜ਼ੀ ਦੇ ਨਾਲ ਵਧੀ ਹੈ, ਜੋ ਕਿ 2017 2686 ਤੋਂ ਵੱਧ ਕੇ 2020 ਦੇ ਵਿੱਚ 14712 ਹੋ ਗਈ ਹੈ। ਇਹ ਵੀ ਹੈ ਕਿ ਉਹਨਾਂ ਦੇ ਵਿੱਚ ਬਹੁਤ ਵੱਡੀ ਗਿਣਤੀ ਨੌਜਵਾਨ ਨਿੱਜੀ ਕਾਲਜਾਂ ਦੇ ਵਿੱਚ ਦਾਖਲਾ ਲੈ ਗਏ ਨੇ, ਜਦੋਂ ਕਿਸੇ ਕਾਲਜ ਵੱਲੋਂ ਖੱਜਲ ਖੁਆਰ ਕੀਤਾ ਜਾਂਦਾ ਹੈ ਤਾਂ ਪਰੇਸ਼ਾਨ ਹੋਣ ਵਾਲੇ ਮੁੰਡੇ ਕੁੜੀਆਂ ਆਮ ਤੌਰ ਤੇ ਭਾਰਤੀ ਹੀ ਹੁੰਦੇ ਨੇ। ਪੰਜਾਬ ਵਾਸੀ ਹੁਣ ਘਰ ਬੈਠੇ ਆਨਲਾਈਨ ਲਰਨਿੰਗ ਡਰਾਈਵਿੰਗ ਲਾਇਸੈਂਸ ਬਣਵਾ ਸਕਦੇ ਨੇ। ਇਸ ਮੰਤਵ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਵਿਸ਼ੇਸ਼ ਪੋਰਟਲ ਦਾ ਆਗਾਜ਼ ਕੀਤਾ ਹੈ। ਇਸ ਨਾਲ ਨੌਜਵਾਨ ਆਪਣੇ ਕੰਪਿਊਟਰ, ਮੋਬਾਈਲ, ਟੈਬਲੇਟ ਜਾਂ ਲੈਪਟਾਪ ਰਾਹੀਂ ਲਰਨਿੰਗ ਡਰਾਈਵਿੰਗ ਲਾਇਸੈਂਸ ਆਨਲਾਈਨ ਪ੍ਰਾਪਤ ਕਰ ਸਕਣਗੇ। ਮੁੱਖ ਮੰਤਰੀ ਨੇ www.sarthi.parivahan.gov.in ਦਾ ਨਵਾਂ ਪੋਰਟਲ ਸ਼ੁਰੂ ਕਰਵਾਇਆ। ਸ਼੍ਰੀ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੂਬਾ ਵਾਸੀਆਂ ਦੀ ਸਹੂਲਤ ਅਤੇ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਦੇ ਲਈ ਇਹ ਪਹਿਲ ਕਦਮੀ ਕੀਤੀ ਹੈ। ਇਸ ਪੋਰਟਲ ਦੇ ਸ਼ੁਰੂ ਹੋਣ ਨਾਲ ਲੋਕਾਂ ਨੂੰ ਆਰਟੀਆਈ ਦਫ਼ਤਰਾਂ ਜਾਂ ਟਰੈਕਾਂ ਤੇ ਨਹੀਂ ਜਾਣਾ ਪਏਗਾ। ਉਹਨਾਂ ਨੇ ਕਿਹਾ ਕਿ ਜੇਕਰ ਲੋਕ ਚਾਹਣ ਤਾਂ ਸੁਵਿਧਾ ਕੇਂਦਰ ਦੇ ਵਿੱਚ ਲਰਨਿੰਗ ਡਰਾਈਵਿੰਗ ਲਾਇਸੈਂਸ ਲਈ ਅਪਲਾਈ ਕਰ ਸਕਦੇ ਨੇ। ਮੁੱਖ ਮੰਤਰੀ ਅਨੁਸਾਰ ਬਿਨੇਕਾਰ ਆਪਣਾ ਆਧਾਰ ਕਾਰਡ ਅਪਲੋਡ ਕਰਨ ਮਗਰੋਂ ਲਰਨਿੰਗ ਡਰਾਈਵਿੰਗ ਲਾਇਸੈਂਸ ਲਈ ਅਪਲਾਈ ਕਰ ਸਕਦੇ ਨੇ। ਇਸ ਤੋਂ ਬਾਅਦ ਆਨਲਾਈਨ ਲਰਨਿੰਗ ਲਾਇਸੈਂਸ ਟੈਸਟ ਵਿੱਚ ਹਿੱਸਾ ਲੈ ਸਕਣਗੇ। ਬਿਨੇਕਾਰ ਆਨਲਾਈਨ ਟੈਸਟ ਪਾਸ ਕਰਨ ਤੋਂ ਬਾਅਦ ਲਾਇਸੈਂਸ ਨੂੰ ਡਾਊਨਲੋਡ ਕਰਕੇ ਪ੍ਰਿੰਟ ਲੈ ਸਕਦੇ ਨੇ। ਦੱਸਣਯੋਗ ਹੈ ਕਿ ਸਾਲ 2021-22 ਦੇ ਵਿੱਚ 5.21 ਲੱਖ ਬਿਨੇਕਾਰਾਂ ਨੂੰ ਪੱਕੇ ਡਰਾਈਵਿੰਗ ਲਾਇਸੈਂਸ ਜਾਰੀ ਕੀਤੇ ਗਏ ਸਨ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਪੰਜਾਬ ਵਾਸੀਆਂ ਨੂੰ ਸਹੂਲਤ ਦੇਣ ਦੇ ਲਈ ਵਚਨਬੱਧ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਈ ਹੋਰ ਆਨਲਾਈਨ ਸਹੂਲਤਾਂ ਜਾਰੀ ਹੋਣਗੀਆਂ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਇੱਥੋਂ ਦੀ ਰਾਮੀ ਵਾਲੀ ਖੂਹੀ ਤੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਬੰਦੀ ਸਿੱਖਾਂ ਦੇ ਨਾਲ ਹਮਦਰਦੀ ਹੈ ਤਾਂ ਉਹ ਪ੍ਰਧਾਨਗੀ ਕਿਸੇ ਬੰਦੀ ਸਿੰਘ ਨੂੰ ਦੇਣ। ਦਮਦਮੀ ਟਕਸਾਲ ਦਾ ਮੁਖੀ ਵੀ ਕਿਸੇ ਬੰਦੀ ਸਿੰਘ ਨੂੰ ਬਣਾਉਣ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੀ ਪ੍ਰਧਾਨਗੀ ਭਾਈ ਜਗਤਾਰ ਸਿੰਘ ਹਵਾਰਾ ਨੂੰ ਸੌਂਪਣ। ਨਹੀਂ ਤਾਂ ਸੰਗਰੂਰ ਲੋਕ ਸਭਾ ਹਲਕੇ ਦੀ 23 ਜੂਨ ਨੂੰ ਹੋਣ ਵਾਲੀ ਜ਼ਿਮਨੀ ਚੋਣ ਲਈ ਲੋਕਾਂ ਨੂੰ ਗੁੰਮਰਾਹ ਨਾ ਕਰਨ। ਉਹਨਾਂ ਬਾਦਲ ਪਰਿਵਾਰ ਤੇ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਉਹਨਾਂ ਪੰਥ ਤੇ ਨਾਮ ਉੱਪਰ ਰਾਜਨੀਤੀ ਕੀਤੀ ਹੈ ਤੇ ਪੰਥ ਦਾ ਵੱਡਾ ਨੁਕਸਾਨ ਕੀਤਾ ਹੈ। ਉਹਨਾਂ ਭਗਵੰਤ ਮਾਨ ਸਰਕਾਰ ਨੂੰ ਨਿੰਦਦਿਆਂ ਕਿਹਾ ਕਿ ਅੱਜ ਹਰ ਪਾਸੇ ਉਹਨਾਂ ਦੀ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਸਾਹਮਣੇ ਆਈ ਹੈ। ਨਿਤ ਦਿਨ ਲੁੱਟਾਂ ਖੋਹਾਂ, ਡਾਕੇ ਤੇ ਦਿਨ ਦਿਹਾੜੇ ਹੋ ਰਹੇ ਕਤਲ ਇਸ ਸਰਕਾਰ ਦੀ ਨਾਕਾਮੀ ਦਰਸਾ ਰਹੇ ਨੇ। ਸਿਮਰਨਜੀਤ ਸਿੰਘ ਮਾਨ ਨੇ ਸਿੱਧੂ ਮੂਸੇਵਾਲਾ ਦੇ ਕਤਲ ਦੇ ਲਈ ਸੂਬੇ ਦੀ ਆਪ ਸਰਕਾਰ ਤੇ ਕੇਂਦਰ ਸਰਕਾਰ ਨੂੰ ਬਰਾਬਰ ਦਾ ਦੋਸ਼ੀ ਠਹਿਰਾਇਆ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਵਾਰ ਬਾਲਟੀ ਤੇ ਚੋਣ ਨਿਸ਼ਾਨ ਦਾ ਬਟਨ ਦਬਾ ਕੇ ਉਹਨਾਂ ਨੂੰ ਸੰਸਦ ਭੇਜਣ। ਆਮ ਆਦਮੀ ਪਾਰਟੀ ਨੇ ਭਾਜਪਾ ਆਗੂ ਅਤੇ ਸਾਬਕਾ ਆਈਪੀਐਸ ਅਧਿਕਾਰੀ ਕਿਰਨ ਬੇਦੀ ਦੇ ਵੱਲੋਂ ਇੱਕ ਸਮਾਰੋਹ ਦੇ ਵਿੱਚ ਸਿੱਖਾਂ ਦਾ ਮਜ਼ਾਕ ਉਡਾਏ ਜਾਣ ਦੀ ਨਿੰਦਾ ਕੀਤੀ ਹੈ। ਆਪ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਨੇ ਟਵੀਟ ਕੀਤਾ ਹੈ ਕਿ ਕਿਰਨ ਬੇਦੀ ਸਿੱਖ ਕੌਮ ਅਤੇ ਸਾਰੇ ਮੁਲਕ ਕੋਲ ਤੁਰੰਤ ਮੁਆਫੀ ਮੰਗੇ। ਉਹਨਾਂ ਕਿਹਾ ਕਿ ਜਦੋਂ ਮੁਗਲ ਫੌਜਾਂ ਭਾਰਤ ਨੂੰ ਲੁੱਟਦੀਆਂ ਸਨ ਤੇ ਔਰਤਾਂ ਨੂੰ ਚੁੱਕ ਕੇ ਲੈ ਜਾਂਦੀਆਂ ਸਨ ਤਾਂ ਸਿੱਖ ਉਹਨਾਂ ਨਾਲ ਲੜਨ ਅਤੇ ਭੈਣਾਂ ਤੇ ਬੇਟੀਆਂ ਦੀ ਰਾਖੀ ਲਈ ਰਾਤ 12 ਵਜੇ ਮੁਗਲਾਂ ਤੇ ਹਮਲੇ ਕਰਦੇ ਸਨ। ਇਹ 12 ਵਜੇ ਦਾ ਇਤਿਹਾਸ ਉਹਨਾਂ ਕਿਹਾ ਕਿ ਭਾਜਪਾ ਦੀਆਂ ਘਟੀਆ ਸੋਚ ਵਾਲੇ ਆਗੂ ਸਿੱਖਾਂ ਨੂੰ ਇੱਜ਼ਤ ਦੇਣ ਦੀ ਥਾਂ ਉਹਨਾਂ ਦਾ ਮਜ਼ਾਕ ਉਡਾਉਂਦੇ ਨੇ, ਜੋ ਨਿੰਦਣਯੋਗ ਹੈ। ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਟਵੀਟ ਕਰਦਿਆਂ ਕਿਹਾ ਕਿ ਤੁਹਾਨੂੰ ਆਪਣੀ ਸੋਚ ਤੇ ਸ਼ਰਮ ਆਉਣੀ ਚਾਹੀਦੀ ਹੈ। ਟਿੱਪਣੀ ਕਰਨ ਤੋਂ ਪਹਿਲਾਂ ਸਿੱਖਾਂ ਦਾ ਇਤਿਹਾਸ ਅਤੇ ਭਾਰਤ ਲਈ ਸਿੱਖਾਂ ਦੇ ਯੋਗਦਾਨ ਬਾਰੇ ਪੜ੍ਹੋ। ਉਹਨਾਂ ਕਿਹਾ ਕਿ ਭਾਜਪਾ ਘਟੀਆ ਸੋਚ ਵਾਲੇ ਆਗੂਆਂ ਦੇ ਨਾਲ ਭਰੀ ਹੋਈ ਹੈ। ਇਸ ਸੰਬੰਧੀ ਭਾਜਪਾ ਚੁੱਪ ਕਿਉਂ ਹੈ? ਇਸੇ ਤਰ੍ਹਾਂ ਆਪ ਦੇ ਪ੍ਰਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਕਿਰਨ ਬੇਦੀ ਪੰਜਾਬ ਦੇ ਨਾਲ ਸੰਬੰਧ ਰੱਖਦੀ ਹੈ, ਪਰ ਆਪਣੇ ਸਿਆਸੀ ਆਗੂਆਂ ਨੂੰ ਖੁਸ਼ ਕਰਨ ਲਈ ਸਿੱਖਾਂ ਦਾ ਮਜ਼ਾਕ ਉਡਾ ਰਹੀ ਹੈ। ਇਸ ਲਈ ਕਿਰਨ ਬੇਦੀ ਨੂੰ ਆਪਣੇ ਇਸ ਮੰਦਭਾਗੇ ਬਿਆਨ ਦੇ ਲਈ ਮੁਆਫੀ ਮੰਗਣੀ ਚਾਹੀਦੀ ਹੈ। ਜਲਿਆਂਵਾਲਾ ਬਾਗ ਦੇ ਮੁੱਖ ਦੁਆਰ ਨੇੜੇ ਲੱਗੀਆਂ ਟਿਕਟ ਖਿੜਕੀਆਂ ਅਤੇ ਨਿੱਜੀ ਭਾਈਵਾਲੀ ਦੇ ਨਾਲ ਦਾਖਲਾ ਫੀਸ ਲਾਗੂ ਕਰਨ ਦੀਆਂ ਤਿਆਰੀਆਂ ਦੇ ਖਦਸ਼ੇ ਉੱਭਰਨ ਮਗਰੋਂ ਦੇਸ਼ ਭਗਤ ਯਾਦਗਾਰ ਕਮੇਟੀ ਨੇ ਇਸ ਨੂੰ ਵਾਅਦਾ ਖਿਲਾਫੀ ਕਰਾਰ ਦਿੰਦਿਆਂ ਰੋਸ ਦਾ ਪ੍ਰਗਟਾ ਕੀਤਾ ਹੈ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਗੁਰਮੀਤ ਸਿੰਘ ਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਇਸ ਸੰਬੰਧੀ ਦੇਸ਼ ਭਗਤ ਯਾਦਗਾਰ ਕਮੇਟੀ ਦੀ ਅਗਵਾਈ ਹੇਠ ਸਥਾਨਕ ਲੋਕ ਪੱਖੀ ਸੰਸਥਾਵਾਂ ਦੇ ਨੁਮਾਇੰਦਿਆਂ ਦਾ ਇੱਕ ਵਫਦ 16 ਜੂਨ ਨੂੰ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਮਿਲ ਕੇ ਯਾਦ ਪੱਤਰ ਦੇਵੇਗਾ। ਵਫਦ ਇਹ ਮੰਗ ਕਰੇਗਾ ਕਿ ਆਜ਼ਾਦੀ ਸੰਗਰਾਮ ਦੀ ਮਹਾਨ ਇਤਿਹਾਸਕ ਵਿਰਾਸਤ ਦੇ ਨਾਲ ਛੇੜਛਾੜ ਅਤੇ ਨਿੱਜੀ ਕੰਪਨੀਆਂ ਰਾਹੀਂ ਦਾਖਲਾ ਫੀਸ ਲਾਗੂ ਕਰਨ ਵਰਗੇ ਕਦਮ ਚੁੱਕਣੇ ਬੰਦ ਕੀਤੇ ਜਾਣ ਅਤੇ ਸ਼ਹੀਦੀ ਸਥਾਨਾਂ ਦਾ ਮੂਲ ਸਰੂਪ ਬਹਾਲ ਕੀਤਾ ਜਾਵੇ। ਕਮੇਟੀ ਦੇ ਆਗੂਆਂ ਨੇ ਦੱਸਿਆ ਕਿ ਇਸ ਯਾਦ ਪੱਤਰ 'ਚ ਮੰਗ ਕੀਤੀ ਜਾਵੇਗੀ ਕਿ ਸੱਭਿਆਚਾਰਕ ਮੰਤਰਾਲਾ, ਪੁਰਾਤੱਤਵ ਵਿਭਾਗ, ਕੇਂਦਰੀ ਹਕੂਮਤ ਅਤੇ ਜਲਿਆਂਵਾਲਾ ਬਾਗ ਟਰੱਸਟ ਤੁਰੰਤ ਜਨਤਕ ਤੌਰ ਤੇ ਐਲਾਨ ਕਰੇ ਕਿ ਦਾਖਲਾ ਫੀਸ ਨਹੀਂ ਲਗਾਈ ਜਾਵੇਗੀ। ਕਮੇਟੀ ਨੇ ਇਹ ਵੀ ਕਿਹਾ ਕਿ ਐਲਾਨ ਕੀਤਾ ਹੈ ਕਿ 19 ਜੂਨ ਨੂੰ ਸਵੇਰੇ 11 ਵਜੇ ਦੇਸ਼ ਭਗਤ ਯਾਦਗਾਰ ਹਾਲ 'ਚ ਬੋਰਡ ਆਫ ਟਰੱਸਟ ਦੀ ਹੋ ਰਹੀ ਮੀਟਿੰਗ 'ਚ ਅਗਲੀ ਸਰਗਰਮੀ ਦੇ ਬਾਰੇ ਵਿਚਾਰ ਕੀਤਾ ਜਾਵੇਗਾ। ਕਮੇਟੀ ਆਗੂਆਂ ਨੇ ਦੱਸਿਆ ਕਿ ਪਿਛਲੇ 16 ਨਵੰਬਰ ਨੂੰ ਚੰਡੀਗੜ੍ਹ ਦੇ ਵਿੱਚ ਰੋਸ ਮਾਰਚ ਕਰਕੇ ਪੰਜਾਬ ਦੇ ਰਾਜਪਾਲ ਨੂੰ ਭੇਜੇ ਗਏ ਮੰਗ ਪੱਤਰ ਮਗਰੋਂ ਸਰਕਾਰ ਤੇ ਪ੍ਰਸ਼ਾਸਨ ਦੇ ਪ੍ਰਤੀਨਿਧੀਆਂ ਨੇ ਦਾਖਲਾ ਫੀਸ ਨਾ ਜਾਣ ਦਾ ਭਰੋਸਾ ਦਿੱਤਾ ਹੈ। ਇਹ ਸੀ ਹੁਣ ਤੱਕ ਦੀਆਂ ਖਬਰਾਂ। ਤੁਸੀਂ ਦੇਖਦੇ ਰਹੋ ਪੰਜਾਬ ਬਿਲ USA TV। ਸਤਿ ਸ਼੍ਰੀ ਅਕਾਲ।